ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਚੌਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੋਦ ਅੰਦਰ ਸੁਭਾਈਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਵੱਡੇ ਭਾਗਾਂ ਵਾਲੇ ਹੋ ਜੋ ਇਸ ਸਮੇਂ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਸੁਭਾਈਮਾਨ ਹੋ ਕਰਕੇ ਅਤੇ ਇੰਟਰਨੈਟ ਦੇ ਮਾਧਿਅਮ ਰਾਹੀਂ ਸਤਿਗੁਰੂ ਜੀ ਦੀ ਪਾਵਨ ਬਾਣੀ ਨੂੰ ਸਹਿਜ ਪਾਠ ਦੇ ਰੂਪ ਵਿੱਚ ਸਰਵਣ ਕਰਕੇ ਆਪਣੇ ਜੀਵਨ ਦੇ ਸਵਾਸ ਅਤੇ ਕਰਮਾਂ ਨੂੰ ਸਫਲ ਕਰਨ ਦਾ ਯਤਨ ਕਰ ਰਹੇ ਹੋ। ਆਓ ਆਰੰਭਤਾ ਕਰਨੀ ਕਰੀਏ ਜੀ। ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਸ਼ਬਦਾਂ ਤੋਂ ਅੱਜ ਦੀ ਆਰੰਭਤਾ ਹੋਣੀ ਹੈ। ਕੱਲ 70 ਸ਼ਬਦ ਹਨ ਸ੍ਰੀ ਰਾਗ ਦੇ ਜੋ ਆਪਾਂ ਸੰਪੂਰਨ ਕਰ ਲਏ ਸਨ। ਪਿੱਛੇ ਗਿਣਤੀ ਵੀ ਹੈ ਜਿਹੜੀ ਉਹ ਵੀ ਸਤਿਗੁਰੂ ਜੀ ਨੇ ਦਰਜ ਕੀਤੀ ਹੋਈ ਹੈ। ਪਿਛਲੇ ਪਦੇ ਦੇ 4 ਪਦੇ, ਉਸ ਤੋਂ ਬਾਅਦ 33, ਫਿਰ 31 ਅਤੇ ਫਿਰ 6। ਇਹ ਸਾਰੇ ਸ਼ਬਦਾਂ ਦਾ ਵੱਖਰਾ ਵੱਖਰਾ ਜੋੜ ਕਰਕੇ ਸਤਿਗੁਰੂ ਜੀ ਨੇ ਟੋਟਲ ਕਰ ਦਿੱਤਾ ਹੈ ਇੱਥੇ। ਸੋ ਆਰੰਭਤਾ ਕਰਨੀ ਕਰੀਏ ਜੀ। ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਰਾਗ ਮਹਿਲਾ ਪੰਜਵਾਂ, ਘਰ ਪਹਿਲਾ। ਕਿਆ ਤੂੰ ਰਤਾ ਦੇਖ ਕੈ ਪੁੱਤਰ ਕਲਤਰ ਸ਼ਿੰਗਾਰ। ਪਾਤਸ਼ਾਹ ਜੀ ਆਖ ਰਹੇ ਹਨ ਕਿ ਕਿਆ ਤੂੰ ਰਤਾ, ਕਿ ਹੇ ਭਾਈ, ਕਿ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਹੀ ਮਨੁੱਖ, ਕਿ ਤੂੰ ਸਮਝਦਾ ਕਿਉਂ ਨਹੀਂ? ਤੂੰ ਕਿਆ ਤੂੰ ਰਤਾ, ਤੂੰ ਮਸਤ ਹੋਇਆ ਪਿਆ, ਮਾਇਆ ਦੇ ਮੂਹ ਵਿੱਚ ਅੰਨਾ ਹੋਇਆ ਮਸਤ ਹੋਇਆ ਪਿਆ। ਹੇ ਮੂਰਖ, ਤੂੰ ਆਪਣੇ ਬੱਚਿਆਂ ਨੂੰ ਵੇਖ ਕੇ, ਆਪਣੇ ਪੁੱਤਰਾਂ ਨੂੰ ਵੇਖ ਕੇ, ਆਪਣੇ ਪਰਿਵਾਰ ਨੂੰ ਵੇਖ ਕੇ, ਆਪਣੀ ਇਸਤਰੀ ਦੇ ਹਾਵ ਭਾਵ ਨੂੰ ਵੇਖ ਕੇ, ਭਾਵ ਕਿ ਸ਼ਿੰਗਾਰ ਨੂੰ, ਆਪਣੇ ਪਰਿਵਾਰ ਦੇ ਸ਼ਿੰਗਾਰ ਨੂੰ ਦੇਖ ਕਰਕੇ ਜਿਹੜਾ ਹੈ ਤੂੰ ਕਿਉਂ ਮਸਤ ਹੋਇਆ ਪਿਆ? ਉਸ ਰੱਬ ਨੂੰ ਕਿਉਂ ਭੁੱਲਿਆ ਬੈਠਾ ਹੈ? ਉਸ ਮਾਲਕ ਨੂੰ ਕਿਉਂ ਭੁਲਾਈ ਬੈਠਾ ਹੈ? ਰਸ ਭੋਗਹਿ ਖੁਸ਼ੀਆਂ ਕਰਹਿ, ਮਾਣਹਿ ਰੰਗ ਅਪਾਰ। ਰਸ ਭੋਗੈ, ਤੂੰ ਦੁਨੀਆ ਦੇ ਕਈ ਤਰ੍ਹਾਂ ਦੇ ਰਸ ਮਾਣਦਾ। ਤੂੰ ਕਈ ਵਾਰੀ ਤੂੰ ਕੰਨਾਂ ਦੇ ਨਾਲ ਸੁਣ ਕੇ ਰਸ ਮਾਣਦਾ, ਵਿਕਾਰਾਂ ਦੇ ਵਿੱਚ ਵਹਿ ਜਾਂਦਾ। ਅੱਖਾਂ ਦੇ ਨਾਲ ਵੇਖ ਕੇ ਕਈ ਵਾਰੀ ਤੂੰ ਰਸ ਮਾਣਦਾ। ਕਈ ਵਾਰੀ ਜੀਭ ਨਾਲ ਚੱਖ ਕੇ ਤੂੰ ਜਿਹੜਾ ਹੈ ਉਹ ਰਸ ਮਾਣਦਾ। ਭਾਵ ਦੁਨੀਆ ਦੇ ਕਈ ਤਰ੍ਹਾਂ ਦੇ ਤੂੰ ਰਸ ਭੋਗਦਾ। ਖੁਸ਼ੀਆਂ ਕਰੇ ਤੇ ਤੂੰ ਕਈ ਤਰ੍ਹਾਂ ਦੀਆਂ ਖੁਸ਼ੀਆਂ ਵੀ ਮਾਣਦਾ। ਤੂੰ ਅਨੇਕਾਂ ਕਿਸਮਾਂ ਦੀਆਂ ਮੌਜਾਂ ਵੀ ਮਾਣਦਾ ਹੈ। ਮਾਣੈ ਰੰਗ ਅਪਾਰ, ਭਾਵ ਕਈ ਪ੍ਰਕਾਰ, ਰੰਗ ਤੋਂ ਭਾਵ ਇੱਥੇ ਕਈ ਕਿਸਮਾਂ, ਕਿ ਕਈ ਪ੍ਰਕਾਰ ਦੀਆਂ ਤੂੰ ਖੁਸ਼ੀਆਂ ਜਿਹੜੀਆਂ ਹੈ ਉਹ ਵੀ ਮਾਣਦਾ ਹੈ। ਉਹਨਾਂ ਨੂੰ ਵੀ ਤੂੰ ਜਿਹੜਾ ਹੈ ਜੀਵਨ ਦੇ ਵਿੱਚ ਹੈ ਜਿਹੜਾ ਇੱਕ ਰਸ ਦੇ ਰੂਪ ਵਿੱਚ ਬਣਾਈ ਬੈਠਾ ਉਸ ਮਾਲਕ ਅਕਾਲ ਪੁਰਖ ਨੂੰ ਭੁੱਲ ਕਰਕੇ। ਬਹੁਤ ਕਰਹਿ ਫੁਰਮਾਇਸ਼ੀ, ਵਰਤੈ ਹੋਏ ਅਫਾਰ। ਫਰਮਾਇਸ਼ ਭਾਵ ਫਰਮਾਇਸ਼ ਤੋਂ ਲਫ਼ਜ਼ ਤੋਂ ਬਹੁ ਵਚਨ ਹੈ। ਫਰਮਾਇਸ਼ੀ ਕਿ ਬੜੀਆਂ ਫਰਮਾਇਸ਼ਾਂ ਕਰਦਾ। ਅਫਾਰ ਤੋਂ ਭਾਵ ਕਿ ਜਿਹੜਾ ਆਫਰ ਜਾਏ, ਕਹਿੰਦੇ ਬੜਾ ਆਫਰਿਆ ਫਿਰਦਾ। ਕਹਿਣ ਤੋਂ ਭਾਵ ਕਿ ਬਹੁਤ ਹੰਕਾਰੀ ਹੋ ਜਾ, ਕਿ ਤੂੰ ਹੁਣ ਬੜੇ ਹੁਕਮ ਵੀ ਕਰਦਾ, ਬੜੀਆਂ ਫਰਮਾਇਸ਼ਾਂ ਵੀ ਕਰਦਾ, ਬੜੇ ਤੂੰ
ਹੁਕਮ ਵੀ ਕਰਦਾ ਹੈ। ਤੂੰ ਹੰਕਾਰੀ ਹੋ ਕੇ ਲੋਕਾਂ ਨਾਲ ਹੰਕਾਰ ਵਾਲਾ ਜਿਹੜਾ ਵਰਤਾਓ ਉਹ ਵੀ ਕਰਦਾ ਹੈ ਕਿ ਹੰਕਾਰੀ ਹੋ ਕੇ ਹੁਣ ਲੋਕਾਂ ਦੇ ਨਾਲ ਵੀ ਤੂੰ ਬੜਾ ਆਕੜ ਆਕੜ ਕੇ ਜਿਹੜਾ ਬੋਲਦਾ, ਆਕੜ ਕੇ ਜਿਹੜਾ ਤੂੰ ਪੇਸ਼ ਆਉਣਾ ਹੈ। ਤੇ ਪਾਤਸ਼ਾਹ ਜੀ ਆਖ ਰਹੇ ਹਨ, ਕਰਤਾ ਚਿਤ ਨ ਆਵਈ ਮਨ ਮੁਖ ਅੰਧ ਗਵਾਰ। ਕਿ ਹੇ ਮਨਮੁਖ, ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ, ਅੰਧ ਗਵਾਰ, ਹੇ ਮਾਇਆ ਦੇ ਵਿੱਚ ਅੰਨੇ ਹੋਏ ਮੂਰਖ ਗਵਾਰ, ਹੇ ਮੂਰਖ ਮਨੁੱਖ, ਕਰਤਾ ਚਿਤ ਨ ਆਵੀ। ਤੂੰ ਉਸ ਮਾਲਕ ਨੂੰ ਆਪਣੇ ਚਿੱਤ ਵਿੱਚ ਚੇਤੇ ਹੀ ਨਹੀਂ ਕਰਦਾ, ਤੂੰ ਉਹਨੂੰ ਯਾਦ ਹੀ ਨਹੀਂ ਕਰਦਾ। ਤੂੰ ਪਰਿਵਾਰ ਦੇ ਵਿੱਚ ਪਰਿਵਾਰ ਨੂੰ ਵੇਖ ਵੇਖ ਕੇ ਬਸ ਮਾਲਕ ਨੂੰ ਭੁੱਲ ਗਿਆ। ਤੂੰ ਦੁਨੀਆ ਦੇ ਪਦਾਰਥਾਂ ਨੂੰ ਵੇਖ ਕੇ ਉਸ ਮਾਲਕ ਨੂੰ ਭੁੱਲਿਆ ਬੈਠਾ ਹੈ। ਬੜੀਆਂ ਐਸ਼ਾਂ ਤੇ ਬੜੇ ਤੂੰ ਹੰਕਾਰੀ ਹੋ ਕੇ ਜੀਵਨ ਬਤੀਤ ਕਰ ਰਿਹਾ ਹੈ। ਤੂੰ ਕਿਉਂ ਭੁੱਲਿਆ ਬੈਠਾ ਹੈ? ਮੇਰੇ ਮਨ ਸੁਖ ਦਾਤਾ ਹਰ ਸੋਏ। ਕਿ ਹੇ ਮੇਰੇ ਮਨ, ਸੁਖ ਦਾਤਾ ਹਰ ਸੋਏ। ਸੁੱਖਾਂ ਦੀ ਦਾਤ ਦੇਣ ਵਾਲਾ ਉਹ ਦਾਤਾ ਹੈ ਜਿਹੜਾ, ਉਹ ਹਰ ਸੋਏ। ਉਹ ਆਪ ਹੀ ਸੁੱਖਾਂ ਦੀ ਦਾਤ ਹੈ ਜਿਹੜੀ ਉਹ ਦੇਣ ਵਾਲਾ, ਭਾਵ ਸੁਖ ਬਖਸ਼ਣ ਵਾਲਾ ਹੈ। ਗੁਰ ਪ੍ਰਸਾਦੀ ਪਾਈਐ ਕਰਮ ਪ੍ਰਾਪਤ ਹੋਏ ਰਹਾਉ। ਤੇ ਜਿਹੜਾ ਸੁਖ ਬਖਸ਼ਣ ਵਾਲਾ ਹੈ ਉਹ ਪ੍ਰਮਾਤਮਾ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹਰ ਆਪ ਹੀ ਜਿਹੜਾ ਹੈ ਕਰਮ ਪ੍ਰਾਪਤ ਹੋਏ। ਤੇ ਗੁਰੂ ਦੀ ਰਹਿਮਤ ਹੋ ਜਾਣ ਤੋਂ ਭਾਵ, ਸਤਿਗੁਰੂ ਜੀ ਆਖਣ ਲੱਗੇ, ਕਰਮ ਪ੍ਰਾਪਤ, ਕਰਮ ਤੋਂ ਭਾਵ ਵੀ ਬਖਸ਼ਿਸ਼ ਹੈ, ਰਹਿਮਤ ਹੈ ਕਿ ਉਹ ਆਪਣੀ ਕਿਰਪਾ ਨਾਲ ਆਪ ਹੀ ਜਿਹੜਾ ਹੈ ਪ੍ਰਾਪਤ ਹੁੰਦਾ ਹੈ, ਮਿਲਦਾ ਹੈ। ਕਪੜ ਭੋਗ ਲਪਟਾਇਆ ਸੋਇਨਾ ਰੂਪਾ ਖਾਕ। ਇਹਨੂੰ ਰੂਪਾ ਨਹੀਂ ਪੜਾਂਗੇ, ਰੂਪਾ ਭਾਵ ਚਾਂਦੀ, ਸੋਇਨਾ ਤੋਂ ਭਾਵ ਸੋਨਾ, ਖਾਕ ਤੋਂ ਭਾਵ ਧਰਤੀ। ਪਾਤਸ਼ਾਹ ਜੀ ਬੜਾ ਸੋਹਣਾ ਇਸ ਪਾਵਨ ਪੰਕਤੀ ਦੇ ਅੰਦਰ ਸਮਝਾ ਰਹੇ ਹਨ ਕਿ ਕੱਪੜ ਭੋਗ ਲਪਟਾਇਆ ਸੋਇਨਾ ਰੂਪਾ ਖਾਕ। ਕਿ ਹੇ ਮਨੁੱਖ, ਹੇ ਮੂਰਖ, ਤੂੰ ਖਾਣ ਦੇ ਵਿੱਚ ਅਤੇ ਹੰਡਾਉਣ ਦੇ ਵਿੱਚ ਹੀ ਮਸਤ ਹੋਇਆ ਪਿਆ ਕਿ ਤੂੰ ਆਖਦਾ ਮੈਂ ਆਹ ਖਾ ਲਵਾਂ, ਆਹ ਖਾ ਲਵਾਂ, ਭਾਵ ਕਿ ਆਪਣੀ ਜੀਭ ਦੇ ਸਵਾਦ ਤੇ ਤੇਰਾ ਬਿਲਕੁਲ ਵੀ ਕੰਟਰੋਲ ਨਹੀਂ। ਇਹਦੇ ਨਾਲ ਤੇਰੀ ਦੇਹੀ ਵੀ ਖਰਾਬ ਹੋ ਜਾਂਦੀ ਹੈ। ਅਤੇ ਦੂਜੇ ਪਾਸੇ ਕਿ ਸੰਸਾਰ ਨੂੰ ਵਿਖਾਉਣ ਦੇ ਵਾਸਤੇ ਕੱਪੜ ਤੇ ਭੋਗ, ਇੱਕ ਹੈ ਖਾਣਾ, ਦੂਜਾ ਹੈ ਕੱਪੜ। ਕਿ ਕੱਪੜੇ ਬੜੇ ਤੂੰ ਕਹਿਣਾ ਕਿ ਮੈਂ ਬੜੇ ਸੋਹਣੇ ਸੋਹਣੇ, ਇੱਕ ਤੋਂ ਇੱਕ ਮਹਿੰਗਾ ਤੋਂ ਮਹਿੰਗਾ ਪਹਿਨਣਾ, ਇਹ ਮੈਂ ਉੱਥੋਂ ਲੈ ਕੇ ਆਇਆ, ਆਹ ਬ੍ਰਾਂਡ ਹੈ। ਪਹਿਨਣਾ ਮਾੜਾ ਨਹੀਂ ਹੈ, ਪਰ ਉਹਦਾ ਪਹਿਨ ਕੇ ਹੰਕਾਰ ਕਰਨਾ ਮਾੜਾ ਹੈ, ਕਿ ਉਹਦਾ ਵਿਖਾਵਾ ਕਰਨਾ ਮਾੜਾ। ਗੁਰੂ ਸਾਹਿਬ ਇਹ ਨਹੀਂ ਕਹਿੰਦੇ ਕਿ ਪਹਿਨੋ ਨਾ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਵੀ ਇੱਕ ਤੋਂ ਇੱਕ ਕੀਮਤੀ ਚੀਜ਼ਾਂ ਸਨ, ਜਿਹਦੇ ਉੱਤੇ ਦਿੱਲੀ ਦਾ ਦਰਬਾਰ ਵੀ ਜਿਹੜਾ ਉਹ ਵੀ ਅੱਖ ਟਿਕਾਈ ਬੈਠਾ ਸੀ ਕਿ ਸਾਨੂੰ ਇਹ ਮਿਲ ਜਾਣ, ਲੈ ਆਈਏ। ਜਿਹੜਾ ਪ੍ਰਸਾਦੀ ਹਾਥੀ ਹੈ, ਨਗਾਰਾ ਹੈ, ਇਹ ਹੈ, ਉਹ ਕਈ ਤਰ੍ਹਾਂ ਦੀਆਂ ਉੱਥੇ ਚੀਜ਼ਾਂ ਸਨ। ਪਹਾੜੀ ਰਾਜਿਆਂ ਦੀ ਉਹਨਾਂ ਤੇ ਨਿਗਾਹ ਸੀ, ਐਸਾ ਨਹੀਂ ਹੈ। ਪਰ ਗੱਲ ਹੈ ਹੰਕਾਰੀ ਹੋਣ ਦੀ, ਕਿ ਪਹਿਨ ਕੇ ਹੰਕਾਰ ਕਰਨਾ ਜਾਂ ਖਾ ਕੇ ਹੰਕਾਰ ਕਰਨਾ ਕਿ ਮੈਂ ਆ ਖਾਨਾ ਹਾਂ। ਪਾਤਸ਼ਾਹ ਜੀ ਆਖੇ ਤੂੰ ਇਹਨਾਂ ਦੇ ਵਿੱਚ ਮਸਤ ਹੋਇਆ ਪਿਆ, ਭੁੱਲਿਆ ਬੈਠਾ ਉਸ ਮਾਲਕ ਨੂੰ ਜਿਹਨੇ ਇਹ ਦਾਤਾਂ ਦਿੱਤੀਆਂ ਨੇ। ਅਤੇ ਹੋਰ ਕਰਦਾ ਕਿ ਸੋਨਾ ਰੂਪਾ ਖਾਕ, ਤੂੰ ਸੋਨਾ ਚਾਂਦੀ ਤੇ ਧਰਤੀ ਜਿਹੜੀ ਇਹ ਇਕੱਠੀ ਕਰ ਰਿਹਾ, ਕਿਹਨੂੰ ਜੋੜ ਰਿਹਾ ਕਿ ਮੈਂ ਸੋਨਾ ਜੋੜ ਲਾਂ, ਚਾਂਦੀ ਜੋੜ ਲਾਂ ਤੇ ਧਰਤੀ ਜੋੜ ਲਾਂ, ਭਾਵ ਕਿ ਜ਼ਮੀਨ ਜਿਹੜੀ ਹੈ ਮੈਂ ਹੋਰ ਇਕੱਠੀ ਕਰ ਲਵਾਂ, ਜੋੜ ਲਵਾਂ, ਸ਼ਾਇਦ ਨਾਲ ਜਾਣੀ ਹੋਵੇ ਅਖੀਰ ਨੂੰ। ਐਸਾ ਹੀ ਹੈ ਨਾ। ਪਾਤਸ਼ਾਹ ਜੀ ਅਗਾਂਹ ਫਿਰ ਰਹਿਮਤ ਕਰਦੇ ਹਨ, ਹੈਵਰ ਗੈਵਰ ਬਹੁ ਰੰਗੇ ਕੀਏ ਰਥ ਅਥਾਕ। ਇਸ ਦਾ ਵਿਸ਼ਰਾਮ ਹੈ ਜਿਹੜਾ ਰੰਗੇ ਤੇ ਹੈ। ਹੈਵਰ ਗੈਵਰ ਬਹੁ ਰੰਗੇ ਕੀਏ ਰਥ ਅਥਾਕ।
ਹੁਣ ਪਾਤਸ਼ਾਹ ਜੀ ਆਖਣ ਲੱਗੇ ਇੱਥੇ ਹੈਵਰ ਤੋਂ ਭਾਵ ਬਹੁਤ ਵਧੀਆ ਨਸਲ ਦੇ ਘੋੜੇ, ਗੈਵਰ ਤੋਂ ਭਾਵ ਵਧੀਆ ਜਿਹੜੇ ਚੰਗੇ ਹਾਥੀ। ਹੁਣ ਪੁਰਾਣੇ ਸਮੇਂ ਦੀ ਗੱਲ ਕਰੀਏ ਤੇ ਪੁਰਾਣੇ ਸਮੇਂ ਦੇ ਵਿੱਚ ਸਭ ਤੋਂ ਕੀਮਤੀ ਚੀਜ਼ ਇਹੋ ਹੀ ਹੁੰਦੀ ਸੀ। ਉਸ ਸਮੇਂ ਦੀ ਗੱਲ ਹੈ। ਬਹੁ ਰੰਗੇ ਭਾਵ ਕਿ ਇਹ ਤੇਰੇ ਕੋਲ ਕਈ ਪ੍ਰਕਾਰ ਦੇ ਹੋਣ, ਭਾਵ ਵਧੀਆ ਤੋਂ ਵਧੀਆ ਨਸਲ ਦੇ ਘੋੜੇ ਹੋਣ, ਹਾਥੀ ਹੋਣ, ਕਿ ਇਹ ਰੱਥ ਅਥਾਗ ਕਿ ਤੇਰੇ ਕੋਲ ਬਹੁਤ ਹੋਣ। ਇਹ ਐਸੇ ਹੋਣ ਅਥਾਗ, ਅਥਾਗ ਤੋਂ ਭਾਵ ਨਾ ਥੱਕਣ ਵਾਲੇ, ਕਿ ਥੱਕਦੇ ਨਾ ਹੋਣ ਜਿਹੜੇ ਇਹ ਤੇਰੇ ਕੋਲ ਸਾਰੇ ਜਿਹੜੇ ਤੂੰ ਇਕੱਠੇ ਰੱਥ, ਭਾਵ ਕਿ ਘੋੜਿਆਂ ਦੇ ਪਿੱਛੇ ਵੀ ਰੱਥ ਪਾਇਆ ਜਾਂਦਾ ਸੀ, ਹਾਥੀ ਦੇ ਵੀ ਉੱਤੇ ਚੜ੍ਹਿਆ ਜਾਂਦਾ ਸੀ, ਜਾਂ ਉਹਦੇ ਪਿੱਛੇ ਵੀ ਵੱਡਾ ਜਿਹੜਾ ਹੈ ਸਵਾਰੀ ਇੱਕ ਤਿਆਰ ਕੀਤੀ ਜਾਂਦੀ ਸੀ। ਕਹਿਣ ਤੋਂ ਭਾਵ ਕਦੇ ਨਾ ਥੱਕਣ ਵਾਲੇ ਤੂੰ ਉਹ ਇਕੱਠੇ ਕਰ ਰਿਹਾ। ਅੱਜ ਦੇ ਸਮੇਂ ਦੇ ਵਿੱਚ ਗੱਲ ਕਰ ਲਈਏ ਤੇ ਅੱਜ ਦੇ ਸਮੇਂ ਵਿੱਚ ਹਾਥੀ, ਘੋੜੇ, ਗੱਡੀਆਂ, ਕਾਰਾਂ ਦਾ ਰੂਪ ਲੈ ਰਿਹਾ। ਥੱਕਦੀਆਂ ਤੇ ਵੀ ਨਹੀਂ, ਜਿੱਥੇ ਮਰਜ਼ੀ ਚਲੇ ਜਾਓ। ਭਾਵ ਕਿ ਇਕੱਠਾ ਕਰ ਰਿਹਾ, ਸਾਰਾ ਕੁਝ ਤੂੰ ਜੋੜ ਰਿਹਾ ਹੈ। ਕਿਸ ਹੀ ਚਿਤ ਨਾ ਪਾਵਹੀਂ ਬਿਸਰਿਆ ਸਭ ਸਾਕ। ਕਿ ਹੁਣ ਤੂੰ ਮਾਇਆ ਦੇ ਅਧੀਨ ਹੋ ਕਰਕੇ, ਮਾਇਆ ਦੀ ਮਸਤੀ ਵਿੱਚ ਤੂੰ ਆਪਣੇ ਸਾਕ ਸੰਬੰਧੀਆਂ ਨੂੰ ਵੀ ਭੁਲਾਈ ਬੈਠਾ ਹੈ, ਉਹਨਾਂ ਨੂੰ ਵੀ ਵਿਸਾਰ ਦਿੱਤਾ। ਤੂੰ ਉਹਨਾਂ ਨੂੰ ਵੀ ਸਮਝਦਾ ਨਹੀਂ ਕਿ ਨਹੀਂ ਮੇਰੀ ਬਰਾਬਰੀ ਦਾ ਮੇਰਾ ਰਿਸ਼ਤੇਦਾਰ ਹੈ, ਜਿਹੜਾ ਮੇਰੀ ਬਰਾਬਰੀ ਦਾ ਨਹੀਂ ਉਹ ਮੇਰਾ ਰਿਸ਼ਤੇਦਾਰ ਹੀ ਨਹੀਂ। ਭੁੱਲ ਬੈਠਾ ਤੂੰ ਉਹਨਾਂ ਨੂੰ ਕਿ ਚਿੱਤ ਦੇ ਵਿੱਚ ਨਹੀਂ ਤੇਰੇ ਆ ਰਿਹਾ, ਕਿਉਂਕਿ ਤੇਰੇ ਚਿੱਤ ਵਿੱਚ ਹੁਣ ਮਾਇਆ, ਹੰਕਾਰ ਭਰ ਗਿਆ ਹੈ। ਕਈ ਵਾਰ ਤਾਂ ਐਸਾ ਵੀ ਹੁੰਦਾ ਹੈ, ਸੰਸਾਰ ਦੇ ਵਿੱਚ ਕਈ ਉਦਾਹਰਨਾਂ ਮਿਲਦੀਆਂ ਨੇ ਕਿ ਜੇ ਪੁੱਤਰ ਜ਼ਿਆਦਾ ਅਮੀਰ ਹੋ ਜਾਏ ਤੇ ਉਹ ਆਪਣੇ ਮਾਂ ਪਿਓ ਨੂੰ ਪਛਾਣਨ ਤੋਂ ਵੀ ਮਨਾ ਕਰ ਦਿੰਦਾ ਹੈ। ਕਹਿਣ ਤੋਂ ਭਾਵ ਹੈ ਕਿ ਹੰਕਾਰੀ ਹੋ ਜਾਂਦਾ ਹੈ ਕਿ ਜੇ ਉਹ ਲਿਬੜਿਆ ਤਿਬੜਿਆ ਜਾਂ ਮੇਰਾ ਮਾਂ ਪਿਓ ਮੇਰੇ ਕੋਲ ਆ ਗਿਆ ਦੇਸੀ ਜੇ ਕੱਪੜਿਆਂ ਦੇ ਵਿੱਚ ਤੇ ਮੇਰੀ ਰੈਪੂਟੇਸ਼ਨ ਖਰਾਬ ਹੋ ਜਾਣੀ। ਉਹ ਖੁੰਦੀ ਕਾਹਦੀ ਹੈ? ਉਹ ਸਿਰਫ ਅਫਾਰ ਚੜਿਆ ਹੁੰਦਾ, ਹੰਕਾਰ ਹੁੰਦਾ ਹੈ ਬਸ, ਕਿ ਇਹ ਮੈਂ ਦੁਨੀਆ ਦੀ ਵਡਿਆਈ ਦਾ ਜਿਹੜੀ ਉਹ ਭੁੱਖ ਚੜੀ ਹੁੰਦੀ ਹੈ। ਸਿਰਜਣਹਾਰ ਭੁਲਾਇਆ ਵਿਨ ਨਾਮੈ ਨਾ ਪਾਕ। ਇਸ ਕਰਕੇ ਪਾਤਸ਼ਾਹ ਜੀ ਹੁਣ ਰਹਿਮਤ ਇੱਥੇ ਕਰ ਰਹੇ ਹਨ ਕਿ ਤੂੰ ਹੁਣ ਆਪਣੇ ਸਕੇ ਸੰਬੰਧੀਆਂ ਨੂੰ ਵੀ ਭੁਲਾਈ ਬੈਠਾ ਹੈ, ਕਿਸੇ ਨੂੰ ਆਪਣੇ ਚਿੱਤ ਵਿੱਚ ਨਹੀਂ ਲਿਆਉਂਦਾ, ਭਾਵ ਬੰਦੇ ਨੂੰ ਬੰਦਾ ਸਮਝਦਾ ਹੀ ਨਹੀਂ ਤੂੰ। ਹੁਣ ਪਾਤਸ਼ਾਹ ਜੀ ਫਿਰ ਅਖੀਰ ਤੇ ਇਸ ਪੰਕਤੀ ਅੰਦਰ ਰਹਿਮਤ ਕਰ ਰਹੇ, ਸਿਰਜਣਹਾਰ ਭੁਲਾਇਆ, ਕਿ ਪਰਮਾਤਮਾ ਸਿਰਜਣਹਾਰ ਹੈ, ਫਿਰ ਤੈਨੂੰ ਆਪਣੇ ਮਨੋਂ ਉਹ ਲਾਹ ਦਿੰਦਾ ਹੈ, ਲਾਹ ਦਿੱਤਾ ਉਹਨੇ ਤੈਨੂੰ ਆਪਣੇ ਮਨੋਂ। ਤਾਂ ਹੀ ਤੂੰ ਇੰਨਾ ਹੰਕਾਰੀ ਹੋਇਆ, ਤਾਂ ਹੀ ਇੰਨਾ ਮਾਇਆ ਦੇ ਵਿੱਚ ਗਚਤ ਹੋਇਆ। ਜਦੋਂ ਉਹਦੇ ਤੋਂ ਦੂਰ ਹੈ ਉਹਨੇ ਤੈਨੂੰ ਆਪਣੇ ਮਨ ਤੋਂ ਲਾਹਤਾ ਹੈ, ਕਿਉਂਕਿ ਤੂੰ ਮਾਇਆ ਦੇ ਵਿੱਚ ਹੀ ਆਪਣਾ ਜੀਵਨ ਭੁੱਲ ਹੀ ਚੁੱਕਿਆ ਹੈ। ਵਿਨ ਨਾਮੈ ਨਾ ਪਾਕ। ਸਤਿਗੁਰੂ ਜੀ ਆਖਣ ਲੱਗੇ ਕਿ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਤੂੰ ਆਤਮਿਕ ਜੀਵਨ ਵਿੱਚ ਜਿਹੜਾ ਹੈ ਬੁਰਾ ਹੈ, ਭਾਵ ਤੇਰਾ ਆਤਮਿਕ ਜੀਵਨ ਹੈ ਜਿਹੜਾ ਉਹ ਚੰਗਾ ਨਹੀਂ ਹੈ। ਇੱਕ ਸ਼ਬਦ ਹੁੰਦਾ ਹੈ ਪਾਕ, ਭਾਵ ਪਵਿੱਤਰ, ਇੱਥੇ ਹੈ ਨਾਪਾਕ, ਭਾਵ ਗੰਦਾ, ਬੁਰਾ, ਕਿ ਤੇਰਾ ਆਤਮਿਕ ਜੀਵਨ ਜਿਹੜਾ ਹੈ ਉਹ ਮਾੜਾ ਹੈ। ਲੈਂਦਾ ਬਦ ਦੁਆਏ ਤੂੰ ਮਾਇਆ ਕਰਹਿ ਇਕੱਤ। ਇਸ ਨੂੰ ਇਕੱਤ ਪੜਾਂਗੇ, ਭਾਵ ਇਕੱਠੀ ਕਰਨੀ, ਇਕੱਠੀ ਕਰਨਾ ਹੈ, ਇਹਨੂੰ ਇਕਤ ਨਹੀਂ ਪੜਨਾ। ਇਕਤ ਦੇ ਅਰਥ ਕੁਝ ਹੋਰ ਹੋਣਗੇ, ਇਕੱਤ ਭਾਵ ਇਕੱਠਾ ਕਰਨਾ। ਕਿ ਤੂੰ ਬੁਰੇ ਕੰਮਾਂ ਦੇ ਵਿੱਚ, ਮਾਇਆ ਦੇ ਵਿੱਚ ਮਸਤ ਹੋ ਕੇ ਮਾਇਆ ਇਕੱਠੀ ਕਰਨ ਦੇ ਚੱਕਰ ਵਿੱਚ ਤੂੰ ਲੋਕਾਂ ਦੇ ਨਾਲ ਧੋਖੇ ਕਰਦਾ ਹੈ। ਤੂੰ ਕੋਈ ਵੀ ਕਿਰਤ ਕਰਦਾ ਹੈ, ਭਾਵੇਂ ਤੂੰ ਇੰਜੀਨੀਅਰ ਹੈ, ਭਾਵੇਂ ਤੂੰ ਡਾਕਟਰ ਹੈ, ਭਾਵੇਂ ਵਕੀਲ ਹੈ, ਭਾਵੇਂ ਤੂੰ ਕੋਈ ਕਿਸੇ ਵੀ ਪੋਸਟ ਦੇ ਉੱਤੇ ਹੈ, ਜਾਂ ਸਮਾਜ ਦੇ ਵਿੱਚ ਤੂੰ ਕੋਈ ਵੀ ਕਰਮ ਕਰਦਾ ਹੈ, ਕੋਈ ਵੀ ਕੰਮ ਕਰਦਾ ਹੈ ਜਿਹਦੇ ਵਿੱਚ ਕਰਨੀ ਤਾਂ ਤੂੰ ਬੜੀ ਇਮਾਨਦਾਰੀ ਨਾਲ ਸੀ ਕਿਰਤ, ਪਰ ਉਹਦੇ ਵਿੱਚ ਤੂੰ ਧੋਖਾਧੜੀ ਕਰ ਰਿਹਾ ਹੈ, ਭਾਵ ਕਿ ਮਾਇਆ ਵੱਧ ਕਮਾਉਣ ਦੇ ਚੱਕਰ ਦੇ ਵਿੱਚ ਤੂੰ ਲੋਕਾਂ ਦੇ ਨਾਲ ਜਿਹੜਾ ਹੈ ਉਹ ਬੁਰੇ ਤੌਰ ਤੇ ਪੇਸ਼ ਆ ਰਿਹਾ ਹੈ, ਕਿ ਉੱਤੋਂ ਕੁਝ ਹੋਰ ਲੱਗਦਾ, ਅੰਦਰੋਂ ਤੂੰ ਕੁਝ ਹੋਰ ਹੈ। ਪਰ ਇਸ ਦੇ ਨਾਲ ਸਤਿਗੁਰੂ ਜੀ ਲੈਂਦਾ ਬਦ ਤੁਆਏ, ਤੂੰ ਇਸ ਤਰ੍ਹਾਂ ਤੂੰ ਲੋਕਾਂ ਦੀਆਂ ਬਦ ਅਸੀਸਾਂ ਲੈ ਰਿਹਾ,
ਭਾਵ ਕਿ ਚੰਗੇ ਬੋਲ ਨਹੀਂ ਲੋਕ ਤੇਰੇ ਬਾਰੇ ਬੋਲ ਰਹੇ, ਉਹਨਾਂ ਦੇ ਅੰਦਰ ਵੀ ਮਾਲਕ ਵਸਦਾ ਹੈ। ਇਸ ਕਰਕੇ ਤੂੰ ਲੋਕਾਂ ਦੀਆਂ ਧੱਕੇ ਧੋੜੇ ਕਰਦਾ ਹੈ, ਜੇ ਕਿਸੇ ਨਾਲ ਧੱਕਾ ਕਰਦਾ ਹੈ ਤੇ ਉਹਦੇ ਨਾਲ ਤੂੰ ਵੱਧ ਅਸੀਸਾਂ ਹੈ ਜਿਹੜੀਆਂ ਤੂੰ ਲੈਂਦਾ ਹੈ। ਜਿਸਨੂੰ ਤੂੰ ਪਤਿਆਏਂਦਾ ਸੋ ਸਣ ਤੁਝੈ ਅਨਿਤ। ਪਤਿਆਏਂ ਦਾ ਭਾਵ ਖੁਸ਼ ਕਰਨਾ, ਕਿ ਜਿਸ ਨੂੰ ਤੂੰ ਪਤਿਆਏਂਦਾ, ਕਿ ਜਿਸ ਪਰਿਵਾਰ ਦੇ ਲਈ ਤੂੰ ਇਹ ਠੱਗੀਆਂ ਠੋਰੀਆਂ ਕਰਦਾ ਹੈ, ਬੁਰੇ ਕੰਮ ਕਰਦਾ ਹੈ, ਕਿ ਮੇਰਾ ਪਰਿਵਾਰ ਖੁਸ਼ ਰਹੇ, ਐਸ਼ਪ੍ਰਸਤੀ ਦੇ ਵਿੱਚ ਰਹੇ, ਰੱਬ ਨੂੰ ਭੁਲਾਈ ਬੈਠਾ ਹੋਵੇ। ਪਰ ਜਿਸ ਪਰਿਵਾਰ ਨੂੰ ਤੂੰ ਇਸ ਮਾਇਆ ਨਾਲ ਖੁਸ਼ ਕਰਦਾ ਹੈ, ਸਤਿਗੁਰੂ ਜੀ ਆਖਦੇ ਹਨ ਸੋ ਸਣ ਤੁਝੈ ਅਨਿਤ। ਸੋ ਸਣ ਤੋਂ ਭਾਵ ਸਣੇ ਸਮੇਤ, ਤੁਝੈ ਅਨਿਤ, ਨਿਤ ਤੋਂ ਭਾਵ ਨਾਸ਼ਵੰਤ, ਕਿ ਉਹਦੇ ਸਣੇ ਤੂੰ ਵੀ ਨਾਸ਼ ਹੋ ਜਾਣਾ ਹੈ। ਭਾਵ ਕਿ ਸਾਰੇ ਨਾਸ਼ਵੰਤ ਨਹੀਂ। ਕਿਉਂ ਤੂੰ ਬੁਰੇ ਕੰਮ ਕਰਕੇ ਜਿਹੜੀ ਹੈ ਇਹ ਮਾਇਆ ਜਿਹੜੀ ਹੈ ਉਹ ਕਮਾ ਰਿਹਾ ਹੈ। ਅਹੰਕਾਰ ਕਰਹਿ ਅਹੰਕਾਰੀਆ ਵਿਆਪਿਆ ਮਨ ਕੀ ਮਤ। ਕਿ ਹੇ ਹੰਕਾਰੀ, ਤੂੰ ਆਪਣੇ ਮਨ ਦੀ ਮਤ ਦੇ ਦਬਾਅ ਹੇਠ ਆਇਆ ਹੋਇਆ। ਭਾਵ ਕਿ ਮਨ ਦੇ ਪਿੱਛੇ ਤੂੰ ਜੋ ਤੈਨੂੰ ਮਨ ਕਹਿੰਦਾ ਤੂੰ ਉਹ ਕਰ ਰਿਹਾ ਹੈ ਤੇ ਮਾਇਆ ਦਾ ਜਿਹੜਾ ਤੂੰ ਬੜਾ ਮਾਣ ਕਰ ਰਿਹਾ ਹੈ। ਮਨ ਕੀ ਮਤ ਤੇ ਤੂੰ ਹੰਕਾਰ ਕਰ ਰਿਹਾ, ਹੰਕਾਰੀ ਹੋ ਗਿਆ ਤੂੰ ਆਪਣੇ ਮਨ ਪਿੱਛੇ ਲੱਗ ਕੇ। ਤਿਨ ਪ੍ਰਭ ਆਪ ਭੁਲਾਇਆ ਨਾ ਤਿਸ ਜਾਤ ਨਾ ਪਤ। ਇਸ ਕਰਕੇ ਫਿਰ ਉਸ ਮਾਲਕ ਦੀ ਪੈਦਾ ਕੀਤੀ ਹੋਈ ਜਿਹੜੀ ਇਹ ਮਾਇਆ ਹੈ, ਫਿਰ ਇਹ ਮਾਇਆ ਵੀ ਉਹਦੇ ਹੁਕਮ ਵਿੱਚ ਹੈ ਕਿ ਜੀਵਾਂ ਨੂੰ ਮੋਹਣ ਦਾ ਕੰਮ ਕਰਦੀ ਹੈ, ਕਿ ਇਹ ਆਪਣੇ ਵਾਲੇ ਪਾਸੇ ਜੋੜਦੀ ਹੈ। ਇਸ ਕਰਕੇ ਫਿਰ ਜਿਸ ਮੰਦਭਾਗੀ ਜੀਵ ਨੂੰ ਉਸ ਪ੍ਰਭੂ ਨੇ ਆਪ ਹੀ ਕਿਰਾਏ ਪਾ ਦਿੱਤਾ, ਆਪ ਪਾਉਣ ਤੋਂ ਭਾਵ ਹੈ ਕਿ ਜਿਹਨੇ ਉਹਨੂੰ ਭੁਲਾ ਦਿੱਤਾ ਹੈ, ਉਹ ਫਿਰ ਕਿਰਾਏ ਪੈ ਚੁੱਕਾ ਹੈ। ਅਤੇ ਪ੍ਰਭੂ ਦੀ ਹਜ਼ੂਰੀ ਵਿੱਚ ਨਾ ਉਸ ਦੀ ਉੱਚੀ ਜਾਤ ਜਿਹੜੀ ਹੈ ਉਹਦਾ ਕੋਈ ਮੁੱਲ ਪੈਂਦਾ ਹੈ, ਤੇ ਨਾ ਦੁਨੀਆ ਵਾਲੀ ਕੋਈ ਇੱਜ਼ਤ ਜਿਹੜੀ ਹੈ ਉੱਥੇ ਕੰਮ ਆਉਂਦੀ। ਭਾਵ ਕਿ ਭਾਵੇਂ ਸਾਰਾ ਸੰਸਾਰ ਉਹਦੀ ਵਾਹ ਵਾਹ ਪਿਆ ਕਰੇ, ਪਰ ਮਾਲਕ ਦੇ ਦਰ ਤੇ ਨਾ ਤਿਸ ਜਾਤ ਨਾ ਉਹਦੀ ਕੋਈ ਜਾਤ ਉੱਥੇ ਮੰਨੀ ਜਾਂਦੀ ਹੈ ਕਿ ਬੜੀ ਉੱਚੀ ਜਾਤ ਨਾਲ ਸੰਬੰਧ ਰੱਖਦਾ ਸੀ, ਤੇ ਨਾ ਉਹਦੀ ਪੱਤ ਤੋਂ ਭਾਵ ਇੱਜ਼ਤ, ਨਾ ਕੋਈ ਉਹਦੀ ਜਿਹੜੀ ਦੁਨੀਆ ਦੇ ਵਿੱਚ ਇੱਜ਼ਤ ਲੋਕ ਡਰ ਕਰਕੇ ਕਰਦੇ ਨੇ ਜਾਂ ਉਹਦੀ ਮਾਇਆ ਕਰਕੇ ਕਰਦੇ ਨੇ, ਉੱਥੇ ਕੰਮ ਨਹੀਂ ਆਉਂਦੀ ਹੈ। ਸਤਿਗੁਰ ਪੁਰਖ ਮਿਲਾਇਆ ਇੱਕੋ ਸੱਜਣ ਸੋਏ। ਪਾਤਸ਼ਾਹ ਜੀ ਆਖਰੇ ਅਕਾਲ ਪੁਰਖ ਦੇ ਰੂਪ ਸਤਿਗੁਰੂ ਨੇ ਜਿਸ ਮਨੁੱਖ ਨੂੰ ਉਹ ਪ੍ਰਭੂ ਸੱਜਣ ਹੀ ਮਿਲਾ ਦਿੱਤਾ ਹੈ, ਪ੍ਰਭੂ ਉਸ ਸੇਵਕ ਦਾ ਰਾਖਾ ਹਰ ਥਾਂ ਫਿਰ ਆਪ ਹੀ ਬਣਦਾ ਹੈ, ਆਪ ਹੀ ਜਿਹੜਾ ਹੈ ਉਸ ਦੀ ਰਾਖੀ ਕਰਦਾ ਹੈ। ਹਰ ਜਨ ਕਾ ਰਾਖਾ ਏਕ ਹੈ, ਕਿਆ ਮਾਨ ਸਹਮੈ ਰੋਏ। ਸਤਿਗੁਰੂ ਦੀ ਰਾਹੀਂ ਫਿਰ ਜਿਹੜਾ ਉਸ ਮਾਲਕ ਨੂੰ ਮਿਲ ਪੈਂਦਾ ਹੈ, ਫਿਰ ਮਾਲਕ ਉਹਦਾ ਰਾਖਾ ਬਣ ਜਾਂਦਾ ਹੈ। ਅਤੇ ਪਾਤਸ਼ਾਹ ਜੀ ਆਖਣ ਲੱਗੇ ਫਿਰ ਦੁਨੀਆ ਦੇ ਬੰਦੇ, ਦੁਨਿਆਵੀ ਮਾਇਆਧਾਰੀ ਬੰਦੇ ਆ ਜਿਹੜੇ, ਫਿਰ ਉਸ ਦਾ ਕੁਝ ਨਹੀਂ ਵਿਖਾੜ ਸਕਦੇ। ਜਿਹੜਾ ਉਸ ਮਾਲਕ ਦੇ ਨਾਲ ਜੁੜ ਜਾਂਦਾ ਹੈ ਕੁਝ ਨਹੀਂ ਵਿਗਾੜ ਸਕਦੇ, ਉਹਦਾ ਕੁਝ ਨਹੀਂ ਘਸਾ ਸਕਦੇ, ਪਰ ਆਪਣੀ ਹਉਮੈ ਵਿੱਚ ਫਸਿਆ ਮਨੁੱਖ ਫਿਰ ਦੁਖੀ ਹੁੰਦਾ ਹੈ। ਦੇਖੋ ਹੁਣ ਇੱਥੇ ਆਪਾਂ ਇਤਿਹਾਸ ਵੱਲ ਨਿਗਾਹ ਮਾਰੀਏ ਕਿ ਕਿੰਨੇ ਜੁੜੇ ਹੋਏ ਗੁਰਸਿੱਖ ਸਨ ਜਿਨ੍ਹਾਂ ਦਾ ਅਰਦਾਸ ਦੇ ਵਿੱਚ ਵੀ ਅਸੀਂ ਨਾਮ ਲੈਂਦੇ ਹਾਂ, ਕਿ ਹੁਣ ਕਹਿਣ ਨੂੰ ਭਾਵੇਂ ਉਹਨਾਂ ਨੇ ਉਹਨਾਂ ਦਾ ਸਰੀਰ ਜਿਹੜਾ ਹੈ ਖਤਮ ਕਰ ਦਿੱਤਾ ਹੈ, ਭਾਵੇਂ ਭਾਈ ਮਤੀ ਦਾਸ ਜੀ ਹੋਣ, ਭਾਈ ਸਤੀ ਦਾਸ ਜੀ ਹੋਣ, ਭਾਈ ਦਿਆਲਾ ਜੀ ਹੋਣ, ਛੋਟੇ ਸਾਹਿਬਜ਼ਾਦੇ ਵੱਡੇ ਸਾਹਿਬਜ਼ਾਦੇ ਹੋਣ, ਹੋਰ ਬੇਅੰਤ ਸਿੰਘ ਨੇ ਜਿਹੜੇ, ਕਹਿਣ ਤੋਂ ਭਾਵ ਹੈ ਕਿ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਅੱਜ ਦੇ ਸਮੇਂ ਤੱਕ ਕਿ ਜਿਤਨੇ ਵੀ ਸਿੰਘ ਜਿਹੜੇ ਨੇ ਉਹ ਉਸ ਮਾਲਕ ਦੇ ਭਾਣੇ ਨੂੰ, ਸੱਚ ਨੂੰ ਪਛਾਣ ਕੇ ਸ਼ਹੀਦ ਹੋਏ ਨੇ। ਆਪਣਾ ਸਰੀਰ ਜਿਨ੍ਹਾਂ ਨੇ, ਕਹਿਣ ਦਾ ਭਾਵ ਹੈ ਕਿ
उस मालिक दे हुक्म नूं जिन्हां ने मुख रखिया, कि जिन्हां ने अपना जमीर मरण नहीं दिता, हमेशा सच ते पहरा दिता, पातशाह जी आखते फिर उन्हां दा कोई विगाड़ नहीं सकता, क्योंकि उस मालिक नाल इकमिक हो गए ने जिहड़े उन्हां दा फिर वध तो वध की है। वह यही कहंदा कोई कि भाई जां तां तूं आ मेरा धर्म कबूल कर ला, नहीं तो सीस कटाउण नूं बंद कटाउण नूं तैयार हो जा, जां तैनूं दो लकड़ां 'च बन के तैनूं चीर देंगे, जां तैनूं देग 'च वाल देंगे। इहो गल ही सी ना। फिर इक्को गल ही आखदे सानूं अगों, आखण लगे ये अज भी बिन सजाना है, ये कल भी बिन सजाना है, हुण तूं अपनी मर्जी कर ला, पर गुरु वालों मुख मोड़नों ते असीं रहे कि गुरु वालों मुख नहीं मोड़ना, क्योंकि हुण उस मालिक दे नाल इकमिक हो चुके हैं, कुछ नहीं विगाड़ सके। कहण तो भाव कि शरीर बिनसना है, शरीर का विगड़ना कुछ नहीं विगड़दा। जिस दिन जमीर विगड़ गया उस दिन फिर बचता भी कुछ नहीं, शरीर भी किसी काम नहीं आउंदा। इस करके पातशाह कि जिहड़े फिर उन्होंने दुखी करना चाहुंदे भी है, फिर वो अपनी हौमे दे विच आप ही दुखी हुंदे है। कि वेखो किन्ने किन्ने तानाशाह होए है, राजे होए कि शहीद भी कर लेंदे सी, मार भी लेंदे, कतल भी कर लेंदे सी, फिर आखदे सी यार फिर नहीं ये बदले, आप ही अंदरों अंदर दुखी हुंदे सन। जो हर जन भावै सो करे, दर फेर न पावै कोई। पातशाह जी आखन लगे फिर जिहड़े मालक दे हो जाते हैं ना, फिर जो हर जन भावै, जो हरि दे जन नूं भाव हरि दे सेवक नूं, मालक दे सेवक नूं भावै भाउंदा है, सो करे। रब फिर उही करदा है, वो अपने भगत दी अपने सेवक दी कदे गल मोड़दा नहीं है। दर फेर ना पावै कोई। पातशाह जी आखन लगे परमात्मा दे दर ते उस दी गल दा कोई मोड़ा नहीं कर सकता। भाव जो फिर वो अपने मुख तो आखदा है ना, हुंदा उही है। भाई तारू सिंह जी दा वेखो साडे सामने किड्डी वड्डी उदाहरण है कि वो आखदे कि मैं तैनूं जुत्ती अगे लिजाऊं, कि ठीक है हुण तूं वरत के वेख ला, पर मैं भी जान लगा जुत्ती अगे तैनूं लैके जाऊंगा। कि वेखो फिर उस मालक ने मोड़िया नहीं ना, जुत्तियां दे नाल ही अगे ला के फिर उहनूं लैके गया। नानक रता रंग हर, सब जग मह चानन होए। किहे नानक जिहड़ा मनुख परमात्मा दे प्यार विच रंगिया जाता है, वो सारे जगत विच फिर चानन मुनारा बन जाता है। फिर उहदे जीवन नूं वेख के होर भी जिहड़े दुनियावी जीव ने उन्हां दे जीवन दे विच फिर चानन हो जाता। कहण दा भाव है कि जिहड़े रस्ते फिर वो तुरदा है मालक दा सेवक, उस रस्ते ते होर भी जिहड़े ने जीव वो तुरन दा यतन करदे हन। इत्थे हुण वेखो अंक एक दे दिता सतगुरु जी ने, पहला 4 पदियां की गिनती है, फिर अगे एक अंक है। इसका की भाव है जी? गुरु अर्जन साहब जी का पंजवें पातशाह जी का एक शब्द हो गया, तो अगे 71 आ गया, भाव 70 शब्द पिछले, एक गुरु अर्जन साहब जी का टोटल जोड़ 71 71 हो गया। श्री राग महला पंजवा। मन बिलास बहु रंग कणा, दृष्ट भूल खुशियां। सतगुरु पातशाह जी इत्थे फिर समझा रहे हैं कि मन बिलास बहु रंग कणा, बहु रंग कणों तो पाव कणा तो पाव बहुत ज्यादा। पातशाह जी दसते ने कि मन विच बिलास तो भाव खेल तमाशा, बहु रंग तो भाव कई रंगां दा, घना बहुत, दृष्टि तो भाव नजर निगाह। कि सतगुरु पातशाह जी फिर आख रहे हैं कि जे किसी मनुख दे मन विच कई किस्मां दा जिहड़ा है वो खेल तमाशा होवे, उस मालिक नूं भुल्ली बैठा होवे ते वो अपने इस खेल तमाशे दे विच जिहड़ा है वो व्यस्त होवे, ते जे उस दी निगाह दुनिया दी खुशियां विच ही भुल्ली रहे, दृष्ट भूल खुशियां, कि ओदी निगाह है सिर्फ दुनिया दीयां वडियाइयां दे विच, दुनिया दीयां खुशियां विच ही
ਭੁੱਲੀ ਰਹੇ ਤਾਂ ਅਗਾਂਹ ਰਹਿਮਤ ਕਰ ਰਹੇ ਹਨ। ਛਤਰ ਧਾਰ ਬਾਦਸ਼ਾਹੀਆਂ ਵਿੱਚ ਸਹਸੇ ਪਰੀਆਂ। ਛਤਰ ਧਾਰ ਬਾਦਸ਼ਾਹੀਆਂ ਤੋਂ ਭਾਵ, ਛਤਰ ਧਾਰ ਤੋਂ ਭਾਵ ਸਿਰ ਤੇ ਛਤਰ ਹੋਵੇ, ਕਿ ਐਸੀ ਬਾਦਸ਼ਾਹੀ, ਬਾਦਸ਼ਾਹੀਆਂ ਭਾਵ ਐਸੀ ਬਾਦਸ਼ਾਹੀ ਜਿਹਦੇ ਕਰਕੇ ਸਿਰ ਦੇ ਉੱਤੇ ਛਤਰ ਝੁੱਲੇ। ਕਿ ਸੰਸਾਰ ਦੇ ਵਿੱਚ ਬੜੇ ਤਾਨਾਸ਼ਾਹ ਲੋਕ ਹੋਏ ਆ, ਜਾਂ ਅੱਜ ਕਹਿ ਲਈਏ ਕਿ ਕਈ ਐਸੇ ਵੀ ਜਿਹੜੇ ਸਿਆਸੀ ਲੀਡਰ ਹੈ, ਕਈ ਵਾਰੀ ਉਹ ਬਹੁਤੇ ਚੰਗੇ ਹੁੰਦੇ ਤਾਂ ਨਹੀਂ, ਪਰ ਉਹ ਸਮਾਜ ਦੇ ਵਿੱਚ ਹੈ ਜਿਹੜਾ ਧੱਕਾ ਧੁੱਕਾ ਕਰਕੇ ਕਿਸੇ ਤਰੀਕੇ ਦੇ ਨਾਲ ਫਿਰ ਹਕੂਮਤ ਹਾਸਲ ਕਰ ਹੀ ਲੈਂਦੇ ਆ। ਉਹਦਾ ਭਾਵ ਹੁੰਦਾ ਕਿ ਆਪਣੇ ਸਿਰ ਤੇ ਉਹਨਾਂ ਨੇ ਐਸੀ ਬਾਦਸ਼ਾਹੀ ਹਾਸਲ ਕਰ ਲਈ ਹੈ ਜਿਹਦੇ ਕਰਕੇ ਇੱਕ ਉਹਨਾਂ ਨੂੰ ਪਦਵੀ ਮਿਲ ਗਈ, ਭਾਵ ਸਿਰ ਦੇ ਉੱਤੇ ਉਹਨਾਂ ਨੂੰ ਇੱਕ ਛਤਰ ਮਿਲ ਗਿਆ ਕਿ ਦੁਨੀਆ ਦੇ ਵਿੱਚ ਤੁਰਨ ਦੇ ਲਈ ਉਹਨਾਂ ਨੂੰ ਇੱਕ ਨਵੀਂ ਜਿਹੜੀ ਰੈਪੂਟੇਸ਼ਨ ਮਿਲ ਗਈ, ਤਾਕਤ ਮਿਲ ਜਾਣੀ। ਕਹਿਣ ਤੋਂ ਭਾਵ ਉਹ ਬਾਦਸ਼ਾਹੀਆਂ ਜਿਨ੍ਹਾਂ ਦੀ ਬਰਕਤ ਦੇ ਨਾਲ ਸਿਰ ਉੱਤੇ ਜਿਹੜਾ ਉਹ ਛਤਰ ਟਿਕਿਆ ਹੋਵੇ, ਭਾਵ ਸਿਰ ਦੇ ਉੱਤੇ ਜਿਹੜੀ ਉਹ ਹਕੂਮਤ ਦਾ ਜਿਹੜਾ ਵਾਜਾ ਵੱਜਦਾ ਹੋਏ। ਤੇ ਪਾਤਸ਼ਾਹ ਜੀ ਆਖ ਰਹੇ ਹਨ ਵਿੱਚ ਸਹਸੇ ਪਰੀਆਂ, ਭਾਵ ਸਹਸੇ ਤੋਂ ਭਾਵ ਸਹਿਮ ਵਿੱਚ, ਕਿ ਜੇ ਅਜਿਹੀਆਂ ਬਾਦਸ਼ਾਹੀਆਂ ਮਿਲੀਆਂ ਹੋਣ ਕਿ ਸਿਰ ਉੱਤੇ ਛਤਰ ਟਿਕੇ ਰਹਿਣ, ਭਾਵ ਤਾਕਤ ਜਿਹੜੀ ਉਹ ਹਮੇਸ਼ਾ ਹੱਥ ਦੇ ਵਿੱਚ ਰਹੇ, ਤਾਂ ਵੀ ਸਾਧ ਸੰਗਤ ਤੋਂ ਬਿਨਾਂ ਇਹ ਸਭ ਮੌਜਾਂ ਨੇ ਜਿਹੜੀਆਂ, ਇਹ ਖੁਸ਼ੀਆਂ ਨੇ ਜਿਹੜੀਆਂ, ਉਹ ਸਹਿਮ ਵਿੱਚ ਹੀ ਪਾਈ ਰੱਖਦੀਆਂ। ਸਹਿਮ ਬਣਿਆ ਰਹਿੰਦਾ ਜ਼ਿੰਦਗੀ ਦੇ ਵਿੱਚ ਕਿ ਪਤਾ ਨਹੀਂ ਕਦੋਂ ਕੀ ਹੋ ਜਾਣਾ। ਜੇ ਇਸ ਵਾਰੀ ਮੈਂ MP ਨਾ ਬਣਿਆ ਤੇ ਪਤਾ ਨਹੀਂ ਅਗਲੀ ਵਾਰੀ ਕੀ ਹੋਣਾ, ਭਾਵ ਕਿ ਕੋਈ ਨਾ ਕੋਈ ਜਿਹੜੀ ਹੈ ਲੱਗੀ ਰਹਿੰਦੀ ਹੈ। ਕੋਈ ਬਾਦਸ਼ਾਹ, ਕੋਈ ਭਾਵੇਂ ਸੈਕਟਰ ਦਾ ਕਿਸੇ ਦਾ MC ਹੋਵੇ, ਭਾਵੇਂ ਪਿੰਡ ਦਾ ਸਰਪੰਚ ਹੋਵੇ, ਮੈਂਬਰ ਹੋਵੇ, ਭਾਵੇਂ ਕੋਈ ਹੋਰ ਹੋਵੇ, ਭਾਵੇਂ ਸੰਸਥਾ ਦੇ ਵਿੱਚ ਹੋਵੇ, ਭਾਵੇਂ ਇੰਜ ਕਹਿ ਲਈਏ ਕਿ ਕਿਉਂਕਿ ਇੱਥੇ ਤਾਂ ਕਾਫੀ ਹੱਦ ਤੱਕ ਜਿਹੜਾ ਮਾਹੌਲ ਸ਼ਾਂਤ ਹੈ, ਕਈ ਗੁਰਦੁਆਰਿਆਂ ਦੇ ਵਿੱਚ ਇੰਨਾ ਜ਼ਿਆਦਾ ਬੁਰਾ ਹਾਲ ਹੈ, ਮੈਂਬਰੀ ਤੇ ਪ੍ਰਧਾਨਗੀ ਪਿੱਛੇ ਪੱਗਾਂ ਲੈ ਜਾਂਦੀਆਂ ਕਿ ਜੇ ਨਾ ਬਣਿਆ ਨਾ ਮੈਂ ਬਸ। ਕਹਿਣ ਤੋਂ ਭਾਵ ਹੈ ਕਿ ਮੇਰੇ ਤੇ ਸਿਰ ਤੇ ਮੇਰੀ ਇੱਕ ਪਦਵੀ ਦਾ ਜਿਹੜਾ ਹੈ, ਮੈਨੂੰ ਅਹੁਦਾ ਮਿਲ ਜੇ, ਉਹ ਛਤਰ ਹੈ ਮੇਰਾ, ਕਿ ਮੈਨੂੰ ਤਾਕਤ ਮਿਲ ਜਾਏ, ਕਿ ਇੱਥੋਂ ਤੱਕ ਹੈ ਜਿਹੜਾ ਸਹਿਮ ਬਣਿਆ ਰਹਿੰਦਾ ਹੈ ਕਿ ਮੈਨੂੰ ਮਿਲ ਜਾਏ। ਪਰ ਸਤਿਗੁਰੂ ਜੀ ਆਖਣ ਲੱਗੇ ਗੁਰੂ ਦੀ ਸੰਗਤ ਤੋਂ ਬਿਨਾਂ ਇਹ ਸਭ ਕੁਝ ਵਿਅਰਥ ਹੀ ਹੈ, ਦੁਖੀ ਹੋਏਗਾ ਇਹਦੇ ਨਾਲ। ਹੁਣ ਵੀ ਦੁਖੀ ਹੈ, ਬਾਅਦ ਦੇ ਵਿੱਚ ਫਿਰ ਦੁਖੀ ਹੋਏਗਾ। ਭਾਈ ਰੇ ਸੁਖ ਸਾਧ ਸੰਗ ਪਾਇਆ, ਹੇ ਭਾਈ ਸਾਧ ਸੰਗਤ ਵਿੱਚ ਹੀ ਜਿਹੜਾ ਹੈ ਆਤਮਿਕ ਆਨੰਦ ਸੁਖ ਮਿਲਦਾ ਹੈ। ਲਿਖਿਆ ਲੇਖ ਤਿਨ ਪੁਰਖ ਵਿਧਾਤੈ, ਦੁਖ ਸਹਿਸਾ ਮਿਟ ਗਿਆ ਰਹਾਉ। ਪਾਤਸ਼ਾਹ ਜੀ ਆਖ ਰਹੇ ਹਨ ਕਿ ਉਸ ਅਕਾਲ ਪੁਰਖ ਨੇ ਫਿਰ ਉਸ ਦੇ ਕਰਮਾਂ ਅਨੁਸਾਰ ਉਹਦਾ ਜਿਹੜਾ ਲੇਖ ਹੈ, ਚੰਗੇ ਭਾਗਾਂ ਦਾ ਲੇਖ ਉਹਦਾ ਲਿਖ ਦਿੱਤਾ ਹੈ। ਤਾਂ ਸਤਿਗੁਰੂ ਜੀ ਆਖ ਰਹੇ ਨੇ ਕਿ ਉਸ ਨੂੰ ਫਿਰ ਸਾਧ ਸੰਗਤ ਦੀ ਪ੍ਰਾਪਤੀ ਹੁੰਦੀ ਹੈ ਤੇ ਉਸ ਦਾ ਦੁੱਖ ਸਹਿਮ ਹੈ ਜਿਹੜਾ ਉਹ ਦੂਰ ਹੋ ਜਾਂਦਾ ਹੈ। ਕਿ ਹੁਣ ਜੀ ਜਿਹੜਾ ਸੰਗਤ ਵਿੱਚ ਆਏਗਾ ਉਹਨੂੰ ਪਤਾ ਲੱਗੇਗਾ ਕਿ ਗੁਰੂ ਦਾ ਸ਼ਬਦ ਕੀ ਹੈ, ਗੁਰੂ ਉਸ ਮਾਲਕ ਦਾ ਹੁਕਮ ਕੀ ਹੈ, ਤੇ ਮੈਂ ਕਿਹੜਾ ਕਾਰਜ ਕਰਨਾ। ਭਾਵ ਫਿਰ ਉਹ ਇਸ ਸਹਿਮ ਤੋਂ ਉੱਪਰ ਉੱਠ ਜਾਂਦਾ ਹੈ। ਭਾਵੇਂ ਕਿਸੇ ਅਹੁਦੇ ਤੇ ਵੀ ਬੈਠਾ ਹੋਏ, ਫਿਰ ਉਹ ਅਹੁਦੇ ਤੇ ਨਿਮਾਣਾ ਹੋ ਕੇ ਸੇਵਾ ਕਰਦਾ ਹੈ, ਨਾ ਕਿ ਮਾਣ ਕਰਕੇ ਕਰਦਾ ਹੈ। ਸਮਾਜ ਵਿੱਚ ਫਿਰ ਉਹ ਹਮੇਸ਼ਾ ਆਪਣੇ ਅਹੁਦੇ ਨੂੰ ਨੀਵਾਂ ਕਰਕੇ ਤੇ ਸਮਾਜ ਵਿੱਚ ਇੱਕ ਫਿਰ ਜਿਵੇਂ ਸੇਵਕ ਬਣ ਕੇ ਜਿਹੜਾ ਉਹ ਵਿਚਰਦਾ ਹੈ। ਜੇਤੇ ਥਾਨ ਥਨੰਤਰਾ ਤੇਤੇ ਭਵ ਆਇਆ, ਥਾਨ ਥਨੰਤਰਾ ਇਹਦਾ ਭਾਵ ਹੈ ਥਾਨ ਥਾਨ ਅੰਤਰਾ, ਥਾਨ ਥਾਨ ਅੰਤਰਾ। ਕਿ ਸਤਿਗੁਰੂ ਜੀ ਹੁਣ ਇਕੱਠਾ ਸ਼ਬਦ ਵਰਤਦੇ ਨੇ, ਥਾਨ ਥਨੰਤਰਾ ਭਾਵ ਧਰਤੀ ਦੇ ਹੋਰ ਹੋਰ ਥਾਂ, ਥਾਨ ਥਾਨ ਅੰਤਰ, ਕਿ ਅੰਤਰ ਅੰਤਰ ਤੋਂ ਭਾਵ ਕਿ ਵੱਖਰੇ ਵੱਖਰੇ ਥਾਂ, ਭਾਵ ਅਨੇਕਾਂ ਥਾਂ। ਥਾਨ ਥਾਨ ਅੰਤਰ, ਕੀ ਅੰਤਰ ਅੰਤਰ ਤੋਂ ਭਾਵ ਕਿ ਵੱਖਰੇ ਵੱਖਰੇ ਥਾਂ, ਅਨੇਕਾਂ ਥਾਂ ਜਿਨ੍ਹਾਂ ਦੀ ਕੋਈ ਗਿਣਤੀ ਨਹੀਂ ਹੈ। ਸਤਿਗੁਰੂ ਜੀ ਆਖ ਰਹੇ ਹਨ
ਤੇਤੇ ਭਾਵ ਆਇਆ ਕਿ ਧਰਤੀ ਦੇ ਜਿਤਨੇ ਵੀ ਸੋਹਣੇ ਸੋਹਣੇ ਥਾਂ ਹਨ, ਜੇ ਕੋਈ ਮਨੁੱਖ ਉਹ ਸਾਰੇ ਹੀ ਥਾਂ ਭੌਂ ਭੌਂ ਕੇ ਵੇਖ ਆਇਆ ਹੋਵੇ, ਸਾਰਿਆਂ ਤੇ ਥਾਵਾਂ ਤੇ ਜਾ ਜਾ ਕੇ ਆ ਆਵੇ, ਤੇਤੇ ਭਵ ਆਇਆ, ਭਵ ਤੋਂ ਭਾਵ ਕਿ ਜਾ ਕੇ ਆਇਆ ਹੋਵੇ, ਉੱਥੇ ਚੱਕਰ ਲਾ ਆਇਆ ਹੋਵੇ, ਭਟਕ ਆਇਆ ਹੋਵੇ ਜਾ ਕੇ। ਧਨ ਪਾਤੀ ਵੱਡ ਭੂਮੀਆ, ਮੇਰੀ ਮੇਰੀ ਕਰ ਪਰਿਆ। ਪਾਤਸ਼ਾਹ ਜੀ ਆਖ ਰਹੇ ਹਨ, ਇੱਥੇ ਹੁਣ ਰਹਾਉ ਦਾ ਬੰਦ ਚੇਤੇ ਰੱਖਣਾ ਨਾਲ। ਸਤਿਗੁਰੂ ਜੀ ਅਰਥ ਉਸੇ ਹਿਸਾਬ ਨਾਲ ਬਖਸ਼ ਰਹੇ ਨੇ। ਭਾਈ ਰੇ ਸੁਖ ਸਾਧ ਸੰਗ ਪਾਇਆ, ਕਿ ਸੁਖ ਸਾਧ ਸੰਗਤ ਵਿੱਚ ਮਿਲਿਆ ਹੀ ਪ੍ਰਾਪਤ ਹੋਣਾ ਹੈ। ਮਨ ਤੇਰਾ ਉੱਥੇ ਟਿਕੇਗਾ ਭਾਵੇਂ ਤੂੰ ਇਹਨਾਂ ਸਾਰੀਆਂ ਥਾਵਾਂ ਤੇ ਜਾ ਆਇਆ ਹੋਵੇਂ, ਬੜੇ ਬੜੇ ਸੋਹਣੇ ਥਾਂ ਕਿ ਉੱਥੇ ਜਾ ਕੇ ਬੜਾ ਆਨੰਦ ਹੈ, ਬੜੀ ਸ਼ਾਂਤੀ ਹੈ, ਭਾਵੇਂ ਤੂੰ ਜਿੰਨੀ ਵਾਰੀ ਮਰਜ਼ੀ ਕਿਤੇ ਜਾਇਆ, ਪਰ ਇਹਦੇ ਨਾਲ ਅੰਦਰ ਨਹੀਂ ਟਿਕਦਾ। ਹੋਰ ਪਾਤਸ਼ਾਹ ਜੀ ਫਿਰ ਆਖਦੇ ਹਨ, ਧਨ ਪਾਤੀ ਭਾਵ ਤੇਰੇ ਕੋਲੇ ਧਨ ਬਹੁਤ ਜ਼ਿਆਦਾ ਹੋਵੇ, ਬੜਾ ਤੂੰ ਧਨਾਢ ਹੋਵੇਂ। ਵੱਡ ਭੂਮੀਆਂ, ਤੇਰੇ ਕੋਲ ਵੱਡੀ ਭੂਮੀ ਹੋਵੇ, ਭਾਵ ਤੂੰ ਬਹੁਤ ਜ਼ਿਆਦਾ ਜ਼ਮੀਨ ਦਾ ਮਾਲਕ ਹੋਵੇਂ, ਬੜੀ ਜ਼ਮੀਨ ਜਾਇਦਾਦ ਵੀ ਤੇਰੇ ਕੋਲ ਹੋਵੇ, ਤਾਂ ਵੀ ਸਤਿਗੁਰੂ ਜੀ ਆਖਰੇ ਤਾਂ ਵੀ ਸਾਧ ਸੰਗਤ ਤੋਂ ਬਿਨਾ ਮੇਰੀ ਭੋਏ ਭੋਏ, ਮੇਰਾ ਧਨ ਮੇਰਾ ਪਰਿਵਾਰ ਆਖ ਆਖ ਕੇ ਦੁਖੀ ਹੁੰਦਾ ਹੈ। ਸੁਖ ਸਾਧ ਸੰਗਤ ਵਿੱਚੋਂ ਹੀ ਮਿਲਦਾ ਹੈ। ਹੁਕਮ ਚਲਾਏ ਨਿਸੰਗ ਹੋਏ, ਵਰਤੈ ਅਫਰਿਆ। ਨਿਸੰਗ ਤੋਂ ਭਾਵ ਕਿ ਜਿਹੜਾ ਸੰਗ ਦਾ ਨਾ ਹੋਵੇ, ਝਾਕੇ ਤੋਂ ਬਿਨਾਂ, ਭਾਵ ਇੱਕ ਰੂਪ ਦਾ ਡਰ ਹੁੰਦਾ ਹੈ, ਜਿਹਨੂੰ ਆਪਾਂ ਸੰਗ ਕਹਿੰਦੇ ਕਿ ਮੈਨੂੰ ਬੜੀ ਸੰਗ ਜੀ ਆਉਂਦੀ ਹੈ। ਛੋਟੇ ਹੁੰਦੇ ਇੱਕ ਸ਼ਬਦ ਜਿਹੜਾ ਉਹ ਕਿਸੇ ਨੂੰ ਮਿਲਣਾ ਕਿ ਨਹੀਂ ਨਹੀਂ ਮੈਨੂੰ ਬੜੀ ਸੰਗ ਆਉਂਦੀ, ਕਹਿਣ ਤੋਂ ਭਾਵ ਕਿ ਡਰ ਜਾ ਲੱਗਦਾ ਹੁੰਦਾ ਸੀ ਕਿ ਪਤਾ ਨਹੀਂ ਜੇ ਸਾਹਮਣੇ ਚਲੇਗੀ ਤੇ ਕੀ ਹੋ ਜਾਊਗਾ। ਨਿਸੰਗ ਭਾਵ ਬਿਨਾਂ ਡਰ ਤੋਂ, ਕਿ ਕੋਈ ਡਰ ਨਹੀਂ, ਕੋਈ ਝਾਕਾ ਨਹੀਂ, ਕੋਈ। ਅਫਰਿਆ ਤੋਂ ਭਾਵ ਆਫਰਿਆ ਹੋਇਆ, ਹੰਕਾਰੀ ਹੋਇਆ ਹੋਇਆ। ਸਤਿਗੁਰੂ ਜੀ ਆਖ ਰਹੇ ਹਨ ਕਿ ਹੁਕਮ ਚਲਾਏ, ਜੇ ਕੋਈ ਮਨੁੱਖ ਹੁਕਮ ਚਲਾਵੇ, ਕਿਵੇਂ? ਨਿਸੰਗ ਹੋਏ, ਭਾਵ ਡਰ ਤੋਂ ਰਹਿਤ ਹੋ ਕੇ, ਡਰ ਲਾ ਕੇ ਲੋਕਾਂ ਉੱਤੇ ਆਪਣਾ ਹੁਕਮ ਚਲਾਏ, ਆਪਣੀ ਜਾਇਦਾਦ ਦਾ, ਆਪਣੇ ਅਹੁਦੇ ਦਾ, ਆਪਣੀ ਤਾਕਤ ਦੇ ਜ਼ੋਰ ਦੇ ਨਾਲ ਲੋਕਾਂ ਉੱਤੇ ਜਿਹੜਾ ਜਬਰੀ ਉਹ ਡਰ ਤੋਂ ਬਿਨਾਂ ਹੈ ਹੁਕਮ ਚਲਾਏ। ਵਰਤੈ ਅਫਰਿਆ, ਅਤੇ ਲੋਕਾਂ ਨਾਲ ਬੜੀ ਆਕੜ ਵਾਲਾ ਸਲੂਕ ਕਰੇ, ਬੜਾ ਆਕੜ ਕੇ ਬੋਲੇ, ਕਿ ਜੇਕਰ ਉਹਨੂੰ ਕੋਈ ਆਖੇ ਨਾ ਕਿ ਭਾਈ ਆਹ ਗੱਲ ਏਦਾਂ ਨਹੀਂ, ਆ ਇਸ ਤਰ੍ਹਾਂ ਕਰਨਾ ਚਾਹੀਦਾ, ਚੰਗਾ ਨਹੀਂ ਲੱਗਦਾ, ਉਹ ਅੱਗੋਂ ਆਕੜ ਕੇ ਬੋਲੇ ਕਿ ਤੂੰ ਮੈਨੂੰ ਸਮਝਾਏਂਗਾ, ਤੂੰ ਮੈਨੂੰ ਦੱਸੇਂਗਾ ਕਿ ਕੀ ਕਰਨਾ ਕੀ ਨਹੀਂ ਕਰਨਾ, ਮੇਰੀ ਹਸਤੀ ਨਹੀਂ ਜਾਣਦਾ, ਮੇਰੀ ਤਾਕਤ ਦਾ ਤੈਨੂੰ ਅੰਦਾਜ਼ਾ ਨਹੀਂ ਹੈ। ਇਸ ਤਰੀਕੇ ਨਾਲ ਫਿਰ ਉਹ ਪੇਸ਼ ਆਉਂਦਾ ਹੈ ਜਿਹੜਾ ਹੰਕਾਰ ਦਾ ਭਰਿਆ ਮਨੁੱਖ ਹੁੰਦਾ ਹੈ। ਸਭ ਕੋ ਵਸਗਤ ਕਰ ਲਿਓਣ, ਬਿਨ ਨਾਵੇਂ ਖਾਕ ਰਲਿਆ। ਆਪਣੀ ਤਾਕਤ ਦੇ ਜ਼ੋਰ ਤੇ ਜੇ ਉਹ ਮਨੁੱਖ ਸਭ ਕੋ ਵਸਗਤ ਕਰ ਲਏ, ਕਿ ਜੇ ਉਹ ਸਾਰਿਆਂ ਨੂੰ ਆਪਣੇ ਵਸ ਵਿੱਚ ਕਰ ਲਏ, ਕਿ ਸਾਰਿਆਂ ਨੂੰ ਆਪਣੇ ਹੁਕਮ ਦੇ ਵਿੱਚ ਕਰ ਲਏ, ਉਹਦੇ ਹੁਕਮ ਤੋਂ ਬਿਨਾਂ ਕੋਈ ਵੀ ਨਾ ਤੁਰੇ। ਜਿਵੇਂ ਹੁਣ ਔਰੰਗਜ਼ੇਬ ਦੀ ਅਸੀਂ ਗੱਲ ਕਰ ਲਈਏ ਕਿ ਹੁਣ ਵੇਖੋ ਕਿੰਨਾ ਉਹ ਹੰਕਾਰੀ ਵੀ ਸੀ ਤੇ ਉਹਦੇ ਕੋਲ ਤਾਕਤ ਵੀ ਸੀ, ਤੇ ਉਹ ਆਪਣੀ ਤਾਕਤ ਦੇ ਜ਼ੋਰ ਨਾਲ ਹੀ ਜਿਹੜਾ ਆਪਣੇ ਵੱਸ ਦੇ ਵਿੱਚ ਸਾਰਿਆਂ ਨੂੰ ਕਰ ਰਿਹਾ ਸੀ ਕਿ ਮੇਰੇ ਵੱਸ ਵਿੱਚ ਰਹੋ, ਭਾਵੇਂ ਪਹਾੜੀ ਰਾਜੇ ਹੋਣ ਤੇ ਭਾਵੇਂ ਹੋਰ ਹੋਏ, ਕਿ ਸਾਰਿਆਂ ਨੂੰ ਫਿਰ ਆਪਣੇ ਵੱਸ ਦੇ ਵਿੱਚ ਕਰਨ ਦਾ ਯਤਨ ਕਰ। ਉਸੇ ਤਰ੍ਹਾਂ ਉਹ ਆਪਾਂ ਵੱਡੇ ਰੂਪ ਦੇ ਵਿੱਚ ਗੱਲ ਕਰ ਰਹੇ ਹਾਂ, ਤੇ ਜੇ ਅਸੀਂ ਸਮਾਜਿਕ ਲੈਵਲ ਦੀ ਗੱਲ ਕਰੀਏ ਤੇ ਉੱਥੇ ਵੀ ਕਿ ਆਪਣੇ ਵੱਸ ਵਿੱਚ ਕਰ ਲਏ, ਤਾਂ ਸਤਿਗੁਰੂ ਜੀ ਆਖਣ ਲੱਗੇ ਬਿਨ ਨਾਵੇਂ ਖਾਕ ਰਲਿਆ, ਤਾਂ ਵੀ ਸਾਧ ਸੰਗਤ ਤੋਂ ਵਾਂਝਿਆਂ ਰਹਿ ਕੇ ਪਰਮਾਤਮਾ ਦੇ ਨਾਮ ਤੋਂ ਬਿਨਾਂ ਸੁੱਖ ਨਹੀਂ ਮਿਲਦਾ, ਤੇ ਆਖਰ ਮਿੱਟੀ ਵਿੱਚ ਰਲ ਜਾਂਦਾ ਹੈ, ਮਿੱਟੀ ਹੋ ਜਾਂਦਾ ਹੈ। ਕੋਟ 33 ਸੇਵਕਾ, ਸਿੱਧ ਸਾਧਕ ਦਰ ਖਰਿਆ। ਹੁਣ ਇੱਥੇ ਇੱਕ ਬੜੀ ਵੱਡੀ ਉਦਾਹਰਣ ਜਾਂ ਕਹਿ ਦਈਏ ਕਿ ਬੜੀ ਵੱਡੀ ਗੱਲ ਕਰਕੇ ਜਾਂਦੇ ਸਤਿਗੁਰੂ ਜੀ। ਆਖਣ ਲੱਗੇ ਕੋਈ ਇੰਨਾ ਹੀ ਹੰਕਾਰੀ ਹੋ ਜਾਵੇ
ਉਹਦੇ ਕੋਲ ਇੰਨੀ ਜ਼ਿਆਦਾ ਹੀ ਤਾਕਤ ਹੋਵੇ ਕਿ ਕੋਟ 33 ਕਰੋੜ ਦੇਵਤੇ ਵੀ ਜਿਹੜੇ ਨੇ ਉਹਦੇ ਦਰ ਖਰਿਆ ਦਰ ਤੇ ਖਲੋਤੇ ਹੋਣ, ਸੇਵਕ ਵੀ ਜਿਹੜੇ ਨੇ ਉਹ ਸੇਵਕ ਬਣ ਕੇ ਖੜੇ ਹੋਣ, ਸਿੱਧ ਸਾਧਕ ਤੇ ਸਿੱਧ ਸਾਧਕ ਵੀ ਜਿਹੜੇ ਨੇ ਉਹ ਵੀ ਉਹਦੇ ਦਰ ਤੇ ਜਿਹੜੇ ਨੇ ਸੇਵਕ ਬਣ ਕੇ ਖਲੋਤੇ ਹੋਣ। 33 ਕਿ 33 ਕਰੋੜ ਦੇਵਤੇ ਇਹ ਵੀ ਸੇਵਕ ਬਣ ਕੇ ਖਲੋਤੇ ਹੋਣ ਉਹਦੇ ਦਰ ਦੇ ਉੱਤੇ, ਸਿੱਧ ਸਾਧਕ ਵੀ ਖਲੋਤੇ ਹੋਣ। ਜਿਵੇਂ ਅਸੀਂ ਉਦਾਹਰਣ ਲੈ ਲਈਏ ਹਰਨਾਕਸ਼ ਦੀ, ਕਿ ਦੇਖੋ ਹੁਣ ਕਿਤਨੀ ਤਾਕਤ ਦਾ ਮਾਲਕ ਸੀ। ਦੇਵਤੇ ਵੀ ਜਿਹੜੇ ਨੇ ਉਹਦੇ ਸਾਹਮਣੇ ਖਲੋਣ ਤੋਂ, ਜੋ ਹਿੰਦੂ ਧਰਮ ਜਾਂ ਪੁਰਾਤਨ ਸ਼ਾਸਤਰਾਂ ਦੇ ਵਿੱਚ ਲਿਖਿਆ ਹੈ ਉਸ ਮੁਤਾਬਕ ਕਿ ਉਹ ਉਹਨਾਂ ਦੇ ਉੱਤੇ ਵੀ ਜਿਹੜਾ ਹੈ ਆਪਣਾ ਕਬਜ਼ਾ ਕਰ ਚੁੱਕਿਆ ਸੀ। ਉਹ ਵੀ ਉਹ ਡਰਦੇ ਸਨ ਉਸ ਤੋਂ। ਪਾਤਸ਼ਾਹ ਜੀ ਕਹਿੰਦੇ ਕੋਈ ਇੰਨਾ ਜ਼ਿਆਦਾ ਜਿਹੜਾ ਹੈ ਤਾਕਤ ਦਾ ਮਾਲਕ ਹੋ ਜਾਏ ਕਿ ਉਹਦੇ ਵਾਸਤੇ ਇਹ ਸਾਰੇ ਸੇਵਕ ਬਣ ਜਾਣ, ਦਰ ਤੇ ਖਲੋਤੇ ਹੋਣ। ਗ੍ਰਿਮਬਾਰੀ ਵੱਡ ਸਾਹਿਬੀ ਸਭ ਨਾਨਕ ਸੁਪਨ ਥੀਆ। ਗ੍ਰਿਮਬਾਰੀ, ਇਸ ਸ਼ਬਦ ਦਾ ਉਚਾਰਨ ਖਿਆਲ ਦੇ ਨਾਲ ਕਰਨਾ ਹੈ। ਗ੍ਰਿਮਬਾਰੀ, ਸਤਿਗੁਰੂ ਪਾਤਸ਼ਾਹ ਜੀ ਆਖਣ ਲੱਗੇ ਗ੍ਰਿਮਬਾਰੀ ਤੋਂ ਭਾਵ ਹੈ ਕਿ ਬਹੁਤ ਵੱਡੀ ਜ਼ਿੰਮੇਵਾਰੀ। ਗ੍ਰਿਮਬਾਰੀ, ਗਿਰਾਂ ਅਸਲ ਸ਼ਬਦ ਹੈ ਗਿਰਾਂ, ਭਾਵ ਭਾਰਾ, ਭਾਰੀ ਜ਼ਿੰਮੇਵਾਰੀ। ਗਿਰਾਂ ਭਾਰੀ ਕਿ ਭਾਰ ਭਾਵ ਬੋਝ, ਜ਼ਿੰਮੇਵਾਰੀ। ਸਤਿਗੁਰੂ ਤੇ ਅੱਗੇ ਹੈ ਵੱਡ ਸਾਹਿਬੀ, ਕਿ ਸਾਹਿਬੀ ਤੋਂ ਭਾਵ ਹੈ ਹਕੂਮਤ, ਤੇ ਵੱਡ ਸਾਹਿਬੀ ਤੋਂ ਭਾਵ ਵੱਡੀ ਹਕੂਮਤ। ਕਿ ਜੇਕਰ ਤਾਂ ਵੀ ਸਤਿਗੁਰੂ ਜੀ ਆਖਣ ਲੱਗੇ ਕਿ ਜੇ ਇਹ 33 ਕਰੋੜ ਦੇਵੀ ਦੇਵਤੇ ਤੇ ਸਿੱਧ ਸਾਧਕ ਸੇਵਕ ਬਣ ਕੇ ਖਲੋਤੇ ਹੋਣ ਤਾਂ ਹੈ ਨਾਨਕ ਸਾਧ ਸੰਗਤ ਤੋਂ ਬਿਨਾਂ ਹੈ ਜਿਹੜਾ ਉਹ ਭਾਵੇਂ ਜਿਤਨੀ ਕੋਈ ਵੱਡੀ ਹਕੂਮਤ ਦਾ ਮਾਲਕ ਫਿਰ ਬਣਿਆ ਹੋਵੇ, ਵੱਡੀ ਉਹਦੇ ਕੋਲ ਤਾਕਤ ਹੋਵੇ ਕਿ ਇਹ ਸਾਰੇ ਦੇਵਤੇ ਵੀ ਉਹਦੇ ਸੇਵਕ ਬਣੇ ਖਲੋਤੇ ਹੋਣ, ਤਾਂ ਸਤਿਗੁਰੂ ਜੀ ਆਖਣ ਲੱਗੇ ਸੰਗਤ ਤੋਂ ਬਿਨਾਂ ਫਿਰ ਵੀ ਆਤਮਿਕ ਆਨੰਦ ਸੁੱਖ ਨਹੀਂ ਮਿਲਦਾ, ਆਤਮਿਕ ਆਨੰਦ ਦੀ ਪ੍ਰਾਪਤੀ ਨਹੀਂ ਹੁੰਦੀ। ਤੇ ਸਭ ਨਾਨਕ ਸੁਪਨ ਥੀਆ, ਇਹ ਸਭ ਕੁਝ ਆਖਰ ਸੁਪਨਾ ਹੀ ਹੋ ਜਾਂਦਾ ਹੈ। ਭਾਵ ਸੁਪਨੇ ਦੀ ਤਰ੍ਹਾਂ ਜਿਹੜਾ ਜੀਵਨ ਹੈ ਉਹ ਹੰਕਾਰੀ ਜੀਵਨ ਹੈ, ਉਹ ਨਿਬੜਦਾ ਹੈ। ਜਿਵੇਂ ਕਿ ਸੁਪਨਾ ਆਉਂਦਾ ਹੈ, ਜਾਗ ਖੁੱਲਦੀ, ਸੁਪਨਾ ਖਤਮ, ਕਿ ਉਹਦਾ ਕੋਈ ਅਗਲਾ ਪਿਛਲਾ ਪਾਸਾ ਨਹੀਂ ਹੁੰਦਾ, ਬਸ ਇੰਨਾ ਕੁ ਹੁੰਦਾ ਕਿ ਸੁਪਨਾ ਆਇਆ ਸੀ। ਇਸੇ ਤਰ੍ਹਾਂ ਇਹ ਜੀਵਨ ਵੀ ਜਿਹੜਾ ਹੈ ਬਿਲਕੁਲ ਸੁਪਨੇ ਦੀ ਤਰ੍ਹਾਂ ਬੀਤ ਜਾਂਦਾ ਹੈ। ਸਤਿਗੁਰੂ ਜੀ ਰਹਿਮਤ ਕਰਨ। ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ ਪਾਵਨ 2 ਸ਼ਬਦਾਂ ਦੀ ਵਿਚਾਰ ਆਪਾਂ ਕੀਤੀ ਹੈ। ਅੱਜ ਟੋਟਲ 72 ਸ਼ਬਦਾਂ ਦੀ ਵਿਚਾਰ ਜਿਹੜੀ ਉਹ ਹੋ ਚੁੱਕੀ ਹੈ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਵਿਸ਼ੇਸ਼ ਜਿਹੜਾ ਉਪਰਾਲਾ ਹੈ ਉਹ ਹੋਰ ਕੀਤਾ ਜਾ ਰਿਹਾ ਹੈ। ਉਹਦੇ ਲਈ ਥੋੜਾ ਸਮਾਂ ਲੱਗ ਸਕਦਾ ਹੈ ਕਿ ਆਪਾਂ ਹਰ ਰੋਜ਼ ਜਿਤਨੀ ਵੀ ਵਿਚਾਰ ਕਰਦੇ ਹਾਂ ਉਸ ਦੇ ਵਿੱਚੋਂ ਕੋਈ 10 ਜਿਹੜੇ ਨੇ ਉਹ ਕੁਐਸਚਨ ਬਣਾਏ ਜਾਣਗੇ। ਉਹ ਆਪ ਜੀ ਨੂੰ ਹਰ ਇੱਕ ਵੀਡੀਓ ਦੇ ਵਿੱਚੋਂ, ਜੇ ਕਹਿ ਲਈਏ ਕਿ ਹੁਣ ਇਸੇ ਕਰਕੇ ਆਪਾਂ ਇੰਟਰਨੈਟ ਦਾ ਵੀ ਜਿਹੜਾ ਸਹਾਰਾ ਲੈ ਰਹੇ ਹਾਂ ਕਿ ਇਹਦੇ ਨਾਲ ਹੋਰ ਵੀ ਜਿਹੜੀ ਸੰਗਤ ਉਹ ਸਿੱਖ ਸਕੇ ਤੇ ਅਸੀਂ ਜਿਹੜਾ ਆਪਣਾ ਪਿਛਲਾ ਰਿਪੀਟ ਵੀ ਕਰ ਸਕੀਏ। ਕਿ ਇੱਕ ਵੀਡੀਓ ਦੇ ਵਿੱਚੋਂ ਲਗਭਗ 10 ਕੁਐਸਚਨ ਪੰਜਾਬੀ ਔਰ ਇੰਗਲਿਸ਼ ਦੇ ਵਿੱਚ ਜਿਹੜੇ ਉਹ ਬਣਾਏ ਜਾਣਗੇ। ਉਹਨਾਂ ਦੇ ਨਾਲ ਥੱਲੇ ਆਪਸ਼ਨਲ ਜਿਹੜੇ ਨੇ ਉਹ 4 ਆਪਸ਼ਨਾਂ ਦਿੱਤੀਆਂ ਜਾਣਗੀਆਂ। ਉਹ ਆਪ ਜੀ ਨੂੰ ਇੰਟਰਨੈਟ ਤੇ ਇੱਕ ਲਿੰਕ ਦੇ ਦੁਆਰਾ ਜਿਹੜਾ ਹੈ ਉਹ ਭੇਜ ਦਿੱਤਾ ਜਾਏਗਾ। ਆਪਣੇ ਆਪ ਜਿਹੜਾ ਉਹ ਪ੍ਰਾਪਤ ਹੋਏਗਾ। ਆਪ ਜੀ ਖੋਲੋਗੇ ਤੇ ਉਹਦੇ ਵਿੱਚ ਤੁਹਾਨੂੰ 10 ਕੁਐਸਚਨ ਹੋਣਗੇ, ਉਹ ਵੀ ਇੱਕ ਵੀਡੀਓ ਦੇ ਵਿੱਚ, ਜੋ ਆਪਾਂ ਕਰ ਚੁੱਕੇ ਹਾਂ। ਜਿਹੜੀਆਂ ਸੰਗਤਾਂ ਕਰ ਚੁੱਕੀਆਂ ਨੇ ਉਹ ਤੇ ਸਹਿਜੇ ਜਵਾਬ ਦੇ ਲੈਣਗੀਆਂ, ਜਿਨ੍ਹਾਂ ਨੇ ਧਿਆਨ ਨਾਲ ਕੀਤਾ ਹੈ। ਜਿਨ੍ਹਾਂ ਨੇ ਨਹੀਂ ਕੀਤਾ ਹੈ ਉਹ ਦੇਖ ਕੇ ਉਹਦੇ ਵਿੱਚੋਂ ਜਵਾਬ। ਕਹਿਣ ਤੋਂ ਭਾਵ ਹੈ ਕਿ ਇਵੇਂ ਆਪਾਂ ਫਿਰ ਚੰਗੀ ਤਰ੍ਹਾਂ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਨਾਲ ਜਿਹੜਾ ਹੈ ਕਿ ਕਿਵੇਂ ਸਤਿਗੁਰੂ ਜੀ ਸਾਨੂੰ ਜੀਵਨ ਦੇ ਨਾਲ ਉਹ ਜੋੜ ਰਹੇ ਨੇ ਤੇ ਜੀਵਨ ਦੀ ਜਿਹੜੀ ਦਾਤ ਹੈ ਉਹਨੂੰ ਸੁਚੱਜਾ ਚੰਗਾ ਕਰਨ ਦੇ ਲਈ ਇਸ ਦੇ ਉਪਰਾਲੇ ਵਿੱਚ ਥੋੜਾ ਸਮਾਂ ਲੱਗ ਸਕਦਾ ਹੈ। ਇਹ ਕਹਿਣ ਤੋਂ ਭਾਵ ਇਹ ਹੈ ਕਿ ਹੋਰ ਵੀ ਆਪਾਂ ਧਿਆਨ ਦੇ ਨਾਲ ਆਪਣੇ ਮਨ ਤੇ ਚਿੱਤ ਨੂੰ ਇਕਾਗਰ ਕਰਕੇ ਸਰਵਣ ਕਰਨਾ ਹੈ ਕਿ ਸਤਿਗੁਰੂ ਜੀ ਸਾਨੂੰ ਜੀਵਨ ਦੀ ਸੱਚਾਈ, ਕਿ ਜੀਵਨ ਦਾ ਆਨੰਦ, ਜੀਵਨ ਦਾ ਚਾਲ ਚੱਲਣ, ਜੀਵਨ ਕਿਵੇਂ ਬਿਤਾਉਣਾ ਹੈ, ਇਹ ਪਰਪੱਕ ਕਰਨਾ ਅਸੀਂ ਆਪਣੇ ਜੀਵਨ ਵਿੱਚ। ਇਹ ਨਹੀਂ ਕਿ ਆਏ ਤੇ ਕਰਕੇ ਚਲੇ ਗਏ, ਐਸਾ ਨਹੀਂ।
ਫਿਰ ਲਾਭ ਨਹੀਂ ਹੈ। ਲਾਭ ਉਦੋਂ ਹੀ ਹੈ ਜਦੋਂ ਗੁਰਪ੍ਰਸਾਦ ਹੋਵੇ, ਜਦੋਂ ਉਹ ਮਾਲਕ ਫਿਰ ਆਪ ਜਿਹੜਾ ਹੈ ਮਿਲ ਜਾਏ। ਲਗਭਗ 2 ਮਹੀਨੇ ਦਾ ਸਮਾਂ ਹੋ ਚੱਲਿਆ ਕਿ ਜੇ ਇੰਨਾ ਕੁ ਫਰਕ ਪੈ ਗਿਆ ਨਾ, ਜੇ ਅਸੀਂ ਕੋਈ ਬੁਰਾ ਕਾਰਜ ਕਰਦੇ ਵੀ ਸਾਂ ਤੇ ਹੁਣ ਅਸੀਂ ਕਰਨ ਲੱਗਿਆ ਇਹ ਸੋਚ ਲਈਏ ਕਿ ਨਹੀਂ, ਮੇਰੇ ਗੁਰੂ ਦਾ ਇਹ ਹੁਕਮ ਨਹੀਂ ਹੈ, ਤੇ ਸਮਝ ਲੈਣਾ ਕਿ ਗੁਰੂ ਦੇ ਨੇੜੇ ਹੋ ਗਏ। ਉਹ ਮਾਲਕ ਤੁਹਾਡੇ ਹਿਰਦੇ ਦੇ ਵਿੱਚ ਜਿਹੜਾ ਉਹ ਪ੍ਰਗਟ ਹੋਣਾ ਸ਼ੁਰੂ ਹੋ ਗਿਆ, ਭਾਵੇਂ ਥੋੜਾ ਹੀ ਹੋਇਆ ਪਰ ਉਹ ਪ੍ਰਗਟ ਹੋਣਾ ਸ਼ੁਰੂ ਹੋ ਗਿਆ ਕਿ ਹਾਂ, ਕਿ ਮੈਂ ਕਿਸੇ ਬਾਰੇ ਮਾੜਾ ਨਹੀਂ ਬੋਲਣਾ, ਮੈਂ ਚੁਗਲੀ ਨਿੰਦਾ ਨਹੀਂ ਕਰਨੀ, ਮੈਂ ਬੁਰਾ ਨਹੀਂ ਬੋਲਣਾ। ਜੇ ਕੋਈ ਬੁਰਾ ਕਰਮ ਕਰਨ ਲਈ ਕਹਿ ਰਿਹਾ ਹੈ ਤੇ ਮੈਂ ਨਹੀਂ ਕਰਨਾ। ਫਿਰ ਸੱਚੇ ਹੋਇਆ ਜਾ ਸਕਦਾ ਹੈ, ਫਿਰ ਇਹ ਸਾਡੇ ਕੀਤੇ ਦਾ ਲਾਭ ਹੈ। ਪਾਤਸ਼ਾਹ ਜੀ ਰਹਿਮਤ ਕਰਨ, ਹੋਈਆਂ ਭੁੱਲਾਂ ਦੀ ਖਿਮਾ, ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ